Hello everyone, welcome to A1 classes. I hope you all are doing well. ਤਾਂ ਅੱਜ ਆਪਾਂ ਇੱਕ ਨਵਾਂ ਚੈਪਟਰ ਸ਼ੁਰੂ ਕਰਨ ਲੱਗੇ ਹਾਂ। ਪ੍ਰੀਵੀਅਸਲੀ ਆਪਾਂ 2 ਚੈਪਟਰ ਫਿਨਿਸ਼ ਕਰ ਲੈਨੇ, ਉਹਨਾਂ ਨੂੰ ਜਾ ਕੇ ਜ਼ਰੂਰ ਦੇਖਿਓ। ਅਗਰ ਅੱਛੀ ਲੱਗੇ ਵੀਡੀਓ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਤੇ ਅੱਜ ਦੀ ਕਲਾਸ ਦੇ ਵਿੱਚ ਆਪਾਂ ਸ਼ੁਰੂ ਕਰਨਾ ਚੈਪਟਰ ਡਿਵੈਲਪਮੈਂਟ ਐਂਡ ਇਟਸ ਮੇਜਰਮੈਂਟ। ਇਸ ਚੈਪਟਰ ਦੇ ਵਿੱਚ ਆਪਾਂ ਡਿਵੈਲਪਮੈਂਟ ਮਤਲਬ ਵਿਕਾਸ ਦੇ ਬਾਰੇ ਦੇਖਾਂਗੇ। ਤੇ ਹੁਣ ਆਪਾਂ ਸ਼ੁਰੂ ਕਰਨ ਲੱਗੇ ਹਾਂ ਟੈਕਸਟ ਬੁੱਕ ਕੁਐਸਚਨਸ। ਤੇ ਉਹਦੇ ਨਾਲ ਹੀ ਆਪਾਂ ਟੈਕਸਟ ਬੁੱਕ ਕੁਐਸਚਨਸ ਦੇ ਵਿੱਚ ਫਿਲਿਪਸ MCQ ਤੇ ਟਰੂ ਫਾਲਸ ਵਗੈਰਾ ਇਹ ਸਭ ਚੀਜ਼ਾਂ ਬੁੱਕ ਵਗੈਰਾ ਸਭ ਤੋਂ ਪਹਿਲਾਂ ਦੇਖਾਂਗੇ। ਤਾਂ ਕਰਦੇ ਹਾਂ ਫਿਰ ਸ਼ੁਰੂ। Firstly, fill in the blanks. The concept of sustainable development was the first of all the given in the year dash. ਸਸਟੇਨੇਬਲ ਡਿਵੈਲਪਮੈਂਟ ਦਾ ਕੰਸੈਪਟ ਕਿਹੜੇ ਸਾਲ ਦੇ ਵਿੱਚ ਦਿੱਤਾ ਗਿਆ ਸੀ? ਸਭ ਤੋਂ ਪਹਿਲਾਂ ਸਸਟੇਨੇਬਲ ਡਿਵੈਲਪਮੈਂਟ ਕਿਹੜੀ ਹੁੰਦੀ ਹੈ? ਉਹ ਡਿਵੈਲਪਮੈਂਟ ਜਿਹਦੇ ਨਾਲ ਆਪਾਂ ਆਪਣੇ ਫਿਊਚਰ ਜਨਰੇਸ਼ਨ ਲਈ ਸੇਵ ਕਰਕੇ ਰੱਖਦੇ ਹਾਂ ਰਿਸੋਰਸਿਸ ਨੂੰ, ਉਹਨੂੰ ਕਹਿੰਦੇ ਨੇ ਸਸਟੇਨੇਬਲ ਡਿਵੈਲਪਮੈਂਟ। ਠੀਕ ਹੈ, ਅਤੇ ਕਿਹੜੇ ਸੰਨ ਦੇ ਵਿੱਚ ਸ਼ੁਰੂ ਹੋਈ ਸੀ ਇਹ ਸੀਗੀ 1980s ਦੇ ਵਿੱਚ। ਠੀਕ ਹੈ, ਫॉर ਇਕਨੋਮਿਕ ਡਿਵੈਲਪਮੈਂਟ ਨੈਸ਼ਨਲ ਇਨਕਮ ਸ਼ੁੱਡ ਬੀ ਇੰਕਰੀਜ਼ਡ ਫॉर ਡੈਸ਼ ਟਾਈਮਸ। ਇਕਨੋਮਿਕ ਡਿਵੈਲਪਮੈਂਟ ਦੇ ਲਈ ਨੈਸ਼ਨਲ ਇਨਕਮ ਨੂੰ ਕਿੰਨੀ ਵਾਰ ਵਧਾਉਣਾ ਜ਼ਰੂਰੀ ਹੈ? ਫॉर ਲੌਂਗ ਪੀਰੀਅਡ ਆਫ ਟਾਈਮ, ਬਹੁਤ ਲੰਬੇ ਸਮੇਂ ਲਈ ਨੈਸ਼ਨਲ ਇਨਕਮ ਨੂੰ ਇੰਕਰੀਜ਼ ਕਰਨਾ ਜ਼ਰੂਰੀ ਹੈ। ਪਰ ਕੈਪੀਟਾ ਇਨਕਮ ਮੀਨਸ ਡੈਸ਼ ਇਨਕਮ ਆਫ ਅ ਪਰਸਨ। ਪਰ ਕੈਪੀਟਾ ਇਨਕਮ ਦਾ ਕੀ ਮਤਲਬ ਹੈ? ਕਿਸੇ ਇੱਕ ਇੰਡੀਵਿਜੂਅਲ ਦੀ ਇਨਕਮ ਦੇ ਨਾਲ ਕੀ ਸੰਬੰਧ ਹੈਗਾ? ਇਸ ਦਾ ਆਨਸਰ ਹੈ ਐਵਰੇਜ ਐਨੂਅਲ ਇਨਕਮ। ਐਵਰੇਜ ਐਨੂਅਲ ਇਨਕਮ ਦਾ ਮਤਲਬ ਹੈਗਾ ਕਿ ਪੂਰੇ ਸਾਲ ਦੇ ਵਿੱਚ ਕਿੰਨੀ ਐਵਰੇਜ ਇਨਕਮ ਕਿਸੇ ਇੱਕ ਪਰਸਨ ਦੀ ਹੋ ਰਹੀ ਹੈ, ਉਹਨੂੰ ਆਪਾਂ ਪਰ ਕੈਪੀਟਾ ਇਨਕਮ ਦੇ ਵਿੱਚ ਕਾਊਂਟ ਕਰਾਂਗੇ। ਇਨਫੈਂਟ ਮੋਰਟੈਲਿਟੀ ਰੇਟ ਆਫ ਇੰਡੀਆ ਅਕੋਰਡਿੰਗ ਟੂ ਦ ਸੈਂਸਸ ਆਫ 2011 ਇਜ਼ ਡੈਸ਼। ਉਹਨਾਂ ਨੇ ਹੁਣ 2011 ਦੇ ਸੈਂਸਸ ਦੇ ਅਕੋਰਡਿੰਗ ਇਨਫੈਂਟ ਮੋਰਟੈਲਿਟੀ ਰੇਟ ਬਾਰੇ ਪੁੱਛਿਆ। ਸਭ ਤੋਂ ਪਹਿਲਾਂ ਤਾਂ ਇਨਫੈਂਟ ਮੋਰਟੈਲਿਟੀ ਰੇਟ ਉਹ ਰੇਟ ਹੁੰਦਾ ਜਦੋਂ ਕੋਈ ਬੱਚੇ 1 ਸਾਲ ਦੀ ਉਮਰ ਤੋਂ ਪਹਿਲਾਂ ਹੀ ਮਰ ਜਾਂਦੇ ਨੇ ਜਾਂ ਉਹਨਾਂ ਦੀ ਡੈਥ ਹੋ ਜਾਂਦੀ ਹੈ ਕਿਸੇ ਵੀ ਰੀਜ਼ਨ ਕਰਕੇ, ਉਹਨਾਂ ਨੂੰ ਕਹਿੰਦੇ ਆ ਇਨਫੈਂਟ ਮੋਰਟੈਲਿਟੀ ਰੇਟ। ਠੀਕ ਹੈ, ਤਾਂ ਉਹਨਾਂ ਦਾ ਇੱਕ ਪ੍ਰੋਪਰ ਰੇਟ ਕੱਢਿਆ ਜਾਂਦਾ ਕਿ ਕਿੰਨੇ ਟਾਈਮ ਦੇ ਵਿੱਚ ਉਹ ਬੱਚਿਆਂ ਦੀ ਡੈਥ ਹੋ ਰਹੀ ਹੈ। ਠੀਕ ਹੈ, ਇਨਫੈਂਟ ਮੋਰਟੈਲਿਟੀ ਰੇਟ ਦਾ ਮਤਲਬ ਇਹ ਹੁੰਦਾ। ਤਾਂ ਇਹ ਇਸ ਦੇ ਅਕੋਰਡਿੰਗ ਕਿੰਨਾ ਸੀਗਾ? 2011 ਦੇ ਅਕੋਰਡਿੰਗ ਇਹ ਸੀਗਾ 132। ਓਕੇ, ਸੈਕਸ ਰੇਸ਼ੋ ਇਨ ਇੰਡੀਆ ਅਕੋਰਡਿੰਗ ਟੂ ਦ ਸੈਂਸਸ ਆਫ 2011 ਇਜ਼ ਡੈਸ਼। ਹੁਣ ਸੈਕਸ ਰੇਸ਼ੋ ਇੰਡੀਆ ਦੇ ਵਿੱਚ 2011 ਦੇ ਵਿੱਚ ਕਿੰਨਾ ਸੀਗਾ? ਉਹ ਸੀਗਾ 943। ਓਕੇ, ਲਿਟਰੇਸੀ ਰੇਟ ਇਨ ਦ ਇੰਡੀਆ ਅਕੋਰਡਿੰਗ ਟੂ ਦ ਸੈਂਸਸ ਆਫ 2011 ਇਜ਼ ਡੈਸ਼। ਲਿਟਰੇਸੀ ਰੇਟ ਮਤਲਬ ਪੜ੍ਹੇ ਲਿਖੇ ਲੋਕਾਂ ਦਾ ਰੇਟ ਕਿੰਨਾ ਸੀਗਾ 2011 ਦੇ ਅਕੋਰਡਿੰਗ? ਦੈਟ ਇਜ਼ 44। ਨੈਕਸਟ ਵਨ ਇਜ਼ PQLI ਵਾਜ਼ ਡਿਜ਼ਾਈਨਡ ਬਾਏ। ਕਿਸ ਨੇ ਡਿਜ਼ਾਈਨ ਕੀਤਾ ਸੀਗਾ PQLI ਨੂੰ? ਮੋਰਿਸ ਡੀ ਮੋਰਿਸ ਨੇ ਇਹਨੂੰ ਡਿਜ਼ਾਈਨ ਕੀਤਾ ਸੀ। PQLI ਵਾਜ਼ ਯੂਜ਼ਡ ਡੈਸ਼ ਇੰਡੀਕੇਟਰਸ ਆਫ ਇਕਨੋਮਿਕ ਡਿਵੈਲਪਮੈਂਟ। ਕਿਹੜੇ ਇਕਨੋਮਿਕ ਡਿਵੈਲਪਮੈਂਟ ਦੇ ਲਈ ਉਹਨਾਂ ਨੇ ਇੰਡੀਕੇਟਰ ਯੂਜ਼ ਕੀਤੇ ਸੀਗੇ? ਕਿੰਨੇ ਯੂਜ਼ ਕੀਤੇ ਸੀਗੇ? ਤਾਂ ਆਪਾਂ ਲਿਖਣਾ 3 ਇੰਡੀਕੇਟਰਸ ਆਫ ਇਕਨੋਮਿਕ ਡਿਵੈਲਪਮੈਂਟ ਇਜ਼ ਯੂਜ਼ਡ ਫॉर PQLI। HDI ਵਾਜ਼ ਡਿਜ਼ਾਈਨਡ ਬਾਏ। ਕਿਹਨੇ HDI ਨੂੰ ਡਿਜ਼ਾਈਨ ਕੀਤਾ ਸੀਗਾ? ਉਹ ਹੈਗਾ UNDP। UNDP ਨੇ ਡਿਜ਼ਾਈਨ ਕੀਤਾ ਸੀਗਾ HDI ਨੂੰ। ਹਿਊਮਨ ਡਿਵੈਲਪਮੈਂਟ ਇੰਡੈਕਸ ਕਰਕੇ ਇਹਦਾ ਫੁੱਲ ਫਾਰਮ ਹੈਗੀ ਹੈ। ਦ ਨੈਕਸਟ ਵਨ ਇਜ਼ HDI ਯੂਜ਼ਡ ਡੈਸ਼ ਇੰਡੀਕੇਟਰਸ ਆਫ ਇਕਨੋਮਿਕ ਡਿਵੈਲਪਮੈਂਟ। ਹੁਣ HDI ਨੇ ਕਿੰਨੇ ਇਕਨੋਮਿਕ ਡਿਵੈਲਪਮੈਂਟ ਨੂੰ ਯੂਜ਼ ਕੀਤਾ ਸੀ? ਇੱਧਰ ਵੀ ਆਨਸਰ ਆਏਗਾ 3। ਓਕੇ, HDI ਦਾ ਮਤਲਬ ਹੁੰਦਾ ਹਿਊਮਨ ਡਿਵੈਲਪਮੈਂਟ ਇੰਡੈਕਸ। ਨਾਓ ਲੈਟ ਅਸ ਕਮ ਟੂ questions of MCQ, multiple choice questions. The first one is economic development includes। economic development ਦੇ ਅੰਦਰ ਕਿਹੜੀ ਚੀਜ਼ਾਂ ਆਉਂਦੀਆਂ ਨੇ? ਪਹਿਲੀ ਆਪਸ਼ਨ ਹੈ ਕੁਆਂਟੀਟੇਟਿਵ ਚੇਂਜਸ, ਨੈਕਸਟ ਹੈ ਕੁਆਲਿਟੇਟਿਵ ਚੇਂਜਸ, ਨੈਕਸਟ ਹੈ ਬੋਥ A and B ਜਾਂ ਫਿਰ ਸਟੈਂਡਰਡਸ ਆਫ ਲਿਵਿੰਗ। ਦੇਖੋ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਦੋਨੋਂ ਚੀਜ਼ਾਂ ਆਉਂਦੀਆਂ ਨੇ, ਬੋਥ A and B, ਕੁਆਂਟੀਟੇਟਿਵ ਚੇਂਜਸ ਵੀ ਅਤੇ ਕੁਆਲਿਟੇਟਿਵ ਚੇਂਜਸ ਵੀ। ਠੀਕ ਹੈ, ਤਾਂ ਆਪਣੀ ਆਪਸ਼ਨ C ਇਜ਼ ਕਰੈਕਟ।
infant mortality rate is the number of deaths of infants of below the age of, ਕਹਿੰਦੇ ਕਿੰਨੀ ਏਜ ਤੋਂ ਘੱਟ ਸਾਲਦਿਆਂ ਦੇ ਇਨਫੈਂਟ ਮੋਰਟੈਲਿਟੀ ਰੇਟ ਚੈੱਕ ਕੀਤੀ ਜਾਂਦੀ ਹੈ, ਮਤਲਬ ਡੈਥ ਰੇਟ ਚੈੱਕ ਕੀਤਾ ਜਾਂਦਾ ਇਨਫੈਂਟਸ ਦਾ, ਠੀਕ ਹੈ। ਤਾਂ ਉਹ ਹੈਗਾ 1 ਈਅਰ, ਆਪਾਂ ਪਿੱਛੇ ਹੀ ਡਿਸਕਸ ਕੀਤਾ ਸੀਗਾ। ਨੈਕਸਟ ਵਨ ਇਜ਼ PQLI ਵਾਸ ਡਿਜ਼ਾਈਨਡ ਬਾਏ, PQLI ਕਿਸਨੇ ਡਿਜ਼ਾਈਨ ਕੀਤਾ ਸੀ? ਮੋਰਿਸ ਡੀ ਮੋਰਿਸ ਨੇ ਡਿਜ਼ਾਈਨ ਕੀਤਾ ਸੀ, ਆਪਾਂ ਫਿਲਿਪਸ ਦੇ ਵਿੱਚ ਵੀ ਪੜ੍ਹ ਚੁੱਕੇ ਹਾਂ। ਨਾਓ ਲੈਟ ਅਸ ਮੂਵ ਟੂ ਦ ਨੈਕਸਟ ਕੁਐਸਚਨ। What was the HDI rank of India in 2021? ਕਿੰਨਾ ਰੈਂਕ ਸੀਗਾ HDI ਦਾ 2021 ਦੇ ਵਿੱਚ? 129, 130, 131 ਜਾਂ 132? ਤਾਂ ਆਪਣੀ ਕਰੈਕਟ ਆਪਸ਼ਨ ਹੈ D, that is 132. Next one is, what is the BPL population of Kerala? BPL population केरला ਦੀ ਕਿੰਨੀ ਸੀਗੀ? ਤਾਂ ਆਪਣੇ C option correct ਹੈ, 7.05% correct answer ਹੈਗਾ। What is the percentage of the India's population living under the BPL according to the 2011 census? ਕਿੰਨੀ percentage of population ਹੈਗੀ ਸੀਗੀ under BPL ਦੇ ਵਿੱਚ? ਕਿਹੜੇ ਸਨ ਦੇ ਅਕੋਰਡਿੰਗ? 2011 ਦੇ ਅਕੋਰਡਿੰਗ। ਤਾਂ ਇਸ ਦੇ ਵਿੱਚ ਆਪਣੀ ਕਰੈਕਟ ਆਪਸ਼ਨ ਹੈ 21.9% ਆਫ ਪੋਪੂਲੇਸ਼ਨ ਇਹ BPL ਦੇ ਵਿੱਚ ਬਿਲੋ ਪੋਵਰਟੀ ਲਾਈਨ ਦੇ ਵਿੱਚ ਸੀਗੇ, ਠੀਕ ਹੈ। ਨੈਕਸਟ ਇਜ਼ ਮੈਟਰਨਲ ਮੋਰਟੈਲਿਟੀ ਰੇਟ ਇਜ਼ ਮੇਜਰਡ ਐਜ਼ ਦ ਨੰਬਰ ਆਫ ਦ ਡੈਥ ਆਫ ਦ ਮਦਰਸ ਵਾਈਲ ਗਿਵਿੰਗ ਬਰਥ ਟੂ ਡੈਸ਼ ਨੰਬਰ ਆਫ ਦ ਚਾਈਲਡ। ਕਹਿੰਦੇ ਹੁਣ ਮੈਟਰਨਲ ਮੋਰਟੈਲਿਟੀ ਰੇਟ ਦਾ ਮਤਲਬ ਹੈ ਕਿ ਹੁਣ ਮਦਰਸ ਦੀ ਡੈਥ ਹੋ ਜਾਣਾ ਡਿਊਰਿੰਗ ਗਿਵਿੰਗ ਦ ਬਰਥ ਟੂ ਦ ਚਾਈਲਡ, ਜਦੋਂ ਇੱਕ ਮਦਰ ਦੀ ਡੈਥ ਹੋ ਜਾਂਦੀ ਉਹਨੂੰ ਮੈਟਰਨਲ ਮੋਰਟੈਲਿਟੀ ਰੇਟ ਬੋਲਦੇ ਆ। ਤਾਂ ਉਹਨਾਂ ਨੇ ਪੁੱਛਿਆ ਕਿੰਨਾ ਨੰਬਰ ਹੈਗਾ ਉਸਦਾ, ਤਾਂ ਇਸਦਾ ਕਰੈਕਟ ਆਨਸਰ ਹੈਗਾ ਆਪਸ਼ਨ ਨੰਬਰ C। ਨਾਓ ਲੈਟ ਅਸ ਮੂਵ ਟੂ ਦ ਨੈਕਸਟ ਪਾਰਟ, ਦੈਟ ਇਜ਼ ਟਰੂ ਫਾਲਸ। ਇਕਨੋਮਿਕ ਡਿਵੈਲਪਮੈਂਟ ਇਜ਼ ਅ ਕੰਟੀਨਿਊਅਸ ਪ੍ਰੋਸੈਸ। ਕਹਿੰਦੇ ਇਕਨੋਮਿਕ ਡਿਵੈਲਪਮੈਂਟ ਕੀ ਕੰਟੀਨਿਊਅਸ ਪ੍ਰੋਸੈਸ ਹੈ? ਯੈਸ, ਟਰੂ। इकोनॉमिक ग्रोथ एंड इकोनॉमिक डेवलपमेंट आर आइडेंटिकल टर्म्स। दोनों ही आइडेंटिकल टर्म्स ने, एक दूजे नाल रिलेट करदियां ने? फॉल्स, एक दूजे नाल रिलेट नहीं करदियां। ग्रॉस डोमैसटिक प्रोडक्शन इज़ अ गुड इंਡੀਕੇਟਰ ऑफ इकोनॉमिक डेवलपमेंट। ਜਿਹੜਾ GDP हैगा वो एक अच्छा इंਡੀਕੇਟਰ है इकोनॉमिक डेवलपमेंट ਦੇ ਲਈ, ਇਹ ਆਪਾਂ ਨੂੰ ਇੰਡੀਕੇਟ ਕਰਕੇ ਦੱਸਦਾ। फॉल्स। नेक्स्ट वन इज़ द वर्ड सस्टेनेबल डेवलपमेंट was first of all the used by the world conservation strategies। ਤਾਂ ਇਹਨਾਂ ਨੇ ਕਿਹਾ ਕਿ ਪੂਰੇ ਇੱਕ ਵਰਡ ਹੈਗਾ ਸਸਟੇਨੇਬਲ ਡਿਵੈਲਪਮੈਂਟ, ਉਹ ਸਭ ਤੋਂ ਪਹਿਲਾਂ ਯੂਜ਼ ਕੀਤਾ ਗਿਆ ਸੀਗਾ ਬਾਏ ਦ ਵਰਲਡ ਕੰਜ਼ਰਵੇਸ਼ਨ ਸਟ੍ਰੈਟਜੀਜ਼ ਦੁਆਰਾ। ਤਾਂ ਇਸ ਦਾ ਕਰੈਕਟ ਆਨਸਰ ਹੈ ਟਰੂ। ਪਰ ਕੈਪੀਟਾ ਇਨਕਮ ਆਫ ਐਨ ਐਵਰੇਜ ਇਨਕਮ ਆਫ ਆਲ ਦ ਰੈਜ਼ੀਡੈਂਟਸ ਇਨ ਐਨ ਇਕਨੋਮੀ। ਸਾਰੇ ਰੈਜ਼ੀਡੈਂਟਸ ਦੀ ਪਰ ਕੈਪੀਟਾ ਇਨਕਮ ਜਦੋਂ ਐਵਰੇਜ ਇਨਕਮ ਕੈਲਕੂਲੇਟ ਕਰਦੇ ਹੋ ਉਹ ਪਰ ਕੈਪੀਟਾ ਇਨਕਮ ਦੇ ਅੰਡਰ ਆਉਂਦੀ ਹੈ, ਕੈਲਕੂਲੇਟ ਕੀਤੀ ਜਾਂਦੀ ਹੈ। ਤਾਂ ਇਸ ਦਾ ਮਤਲਬ ਹੈ ਬਿਲਕੁਲ ਸਹੀ ਆਨਸਰ ਹੈ ਇਹਦਾ ਟਰੂ। PQLI ਵਾਸ ਡਿਜ਼ਾਈਨਡ ਬਾਏ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ। ਕੀ ਇਸ ਨੂੰ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਨੇ ਡਿਜ਼ਾਈਨ ਕੀਤਾ ਸੀਗਾ? ਫਾਲਸ, ਆਪਾਂ ਪਿੱਛੇ ਹੀ ਹੁਣੇ ਪੜ੍ਹਿਆ ਇਹਨੂੰ ਡਿਜ਼ਾਈਨ ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰੋਗਰਾਮ ਨੇ ਨਹੀਂ ਕੀਤਾ। HDI includes only the income based indicators of economic development। ਜਿਹੜੀ HDI ਹੈ ਉਹਨੂੰ ਇਨਕਮ ਬੇਸਡ ਇਕਨੋਮਿਕ ਡਿਵੈਲਪਮੈਂਟ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਕੀ ਇੰਡੀਕੇਟ ਕੀ ਕਰ ਰਹੀ ਹੈ? ਇਹ ਸਿਰਫ ਔਰ ਸਿਰਫ ਇਕਨੋਮਿਕ ਬੇਸਡ ਨੂੰ ਹੀ ਇੰਡੀਕੇਟ ਕਰ ਰਹੀ ਹੈ। ਤਾਂ ਇਸ ਦਾ ਆਨਸਰ ਹੈ ਫਾਲਸ। ਪੰਜਾਬ ਇਜ਼ ਪਰਫੋਰਮਿੰਗ ਵੈਲ ਔਨ ਦ BPL ਪੋਪੂਲੇਸ਼ਨ ਐਜ਼ ਕੰਪੇਅਰ ਟੂ ਬਿਹਾਰ। ਕਿ ਪੰਜਾਬ ਦੀ ਪਰਫੋਰਮੈਂਸ ਬਹੁਤ ਅੱਛੀ ਹੈਗੀ ਹੈ BPL ਬਿਲੋ ਪੋਵਰਟੀ ਲਾਈਨ ਦੇ ਪੋਪੂਲੇਸ਼ਨ ਦੇ ਨੂੰ ਕੰਪੇਅਰ ਕਰੀਏ ਜੇ ਆਪਾਂ ਬਿਹਾਰ ਦੇ ਨਾਲ, ਤਾਂ ਬਹੁਤ ਅੱਛੀ ਪੰਜਾਬ ਦੀ ਹੈਗੀ ਆ ਉਹਨਾਂ ਨੇ ਪੁੱਛਣਾ। ਤਾਂ ਯੈਸ, ਟਰੂ। ਇਨ ਬਿਹਾਰ ਸੈਕਸ ਰੇਸ਼ੋ ਇਜ਼ ਇਨ ਦ ਫੇਵਰ ਆਫ ਫੀਮੇਲਸ। ਫੀਮੇਲਸ ਦੀ ਸੈਕਸ ਰੇਸ਼ੋ ਜ਼ਿਆਦਾ ਹੈਗੀ ਆ ਬਿਹਾਰ ਦੇ ਵਿੱਚ। ਕੀ ਇਹ ਸਹੀ ਹੈ ਜਾਂ ਗਲਤ? ਗਲਤ, ਮੇਲਸ ਦੀ ਜ਼ਿਆਦਾ ਹੈ। Kerala is performing well on the literacy ratio as compared to Punjab and
ਬਿਹਾਰ। ਕੀ ਪੰਜਾਬ ਅਤੇ ਬਿਹਾਰ ਨਾਲੋਂ ਜੇ ਆਪਾਂ ਲਿਟਰੇਸੀ ਰੇਟ ਕੰਪੇਅਰ ਕਰੀਏ ਕੇਰਲਾ ਦਾ, ਤਾਂ ਕੇਰਲਾ ਦਾ ਸਭ ਤੋਂ ਜ਼ਿਆਦਾ ਇਹਨਾਂ ਨਾਲ ਕੰਪੈਰੀਜ਼ਨ ਕਰੀਏ ਤਾਂ ਸਭ ਤੋਂ ਜ਼ਿਆਦਾ ਅੱਛੀ ਲਿਟਰੇਸੀ ਰੇਟ ਹੈ, ਮਤਲਬ ਪੜ੍ਹੇ ਲਿਖੇ ਲੋਕ ਇੱਧਰ ਜ਼ਿਆਦਾ ਰਹਿੰਦੇ ਨੇ। ਟਰੂ। ਆਈ ਹੋਪ ਤੁਹਾਨੂੰ ਇਹਨਾਂ ਕੁਐਸਚਨ ਕਲੈਰਿਟੀ ਮਿਲ ਗਈ ਹੋਏਗੀ। ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਵੈਰੀ ਸ਼ੋਰਟ ਟਾਈਪ ਕੁਐਸਚਨਸ ਇਸੇ ਚੈਪਟਰ ਦੇ। ਅਗਰ ਕਿਸੇ ਨੂੰ ਫਿਰ ਵੀ ਕੋਈ ਡਾਊਟ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖ ਸਕਦਾ। ਤੇ ਮਿਲਦੇ ਆਪਣੀ ਨੈਕਸਟ ਵੀਡੀਓ ਦੇ ਵਿੱਚ। ਟਿਲ ਦੈਨ ਟੇਕ ਕੇਅਰ, ਬਾਏ ਬਾਏ।